ਡਾਕਟਰ ਦਲੀਪ ਕੌਰ ਟਿਵਾਣਾ ਦੀ ਕਹਾਣੀ ਹੈ ਵਰਿਆਂ ਮਗਰੋਂ। ਪਾਪਾ, ਇਹ ਮੇਰੀ ਸਹੇਲੀ ਪੰਮੀ ਹੈ। ਸਕੂਲ 'ਚ ਮੇਰੇ ਨਾਲ ਪੜ੍ਹਦੀ ਹੈ। 8 ਵਰਿਆਂ ਦੀ ਰਾਣੀ ਨੇ ਆਪਣੇ ਪਾਪਾ ਨੂੰ ਚਾਅ ਨਾਲ ਦੱਸਿਆ। ਪੰਮੀ ਪੰਮੀ ਆਖਦਾ ਕਿੰਨਾ ਚਿਰੋਂ ਬਾਲੜੀ ਦੀਆਂ ਨਿੱਕੀਆਂ ਨਿੱਕੀਆਂ ਗੁੱਤਾਂ ਨਿੱਕੇ ਨਿੱਕੇ ਹੱਥਾਂ ਨੂੰ ਪਿਆਰ ਦਾ ਨੀਝ ਨਾਲ ਤੱਕਦਾ ਰਿਹਾ। ਪੰਮੀ, ਕੀ ਅੱਜ ਫਿਰ ਤੂੰ ਮੇਰੇ ਘਰ ਆਈ? 10 ਵਰੇ ਹੋਏ ਤੂੰ ਲਿਖਿਆ ਸੀ। ਵੀਰਾ, ਗੁਰਬੀਰ ਨੂੰ ਸਭ ਵੀਰਾ ਹੀ ਆਖਦੇ ਸੀ। ਕਹਿੰਦੇ ਨੇ ਜੇ ਕਿਸੇ ਦੀ ਕੋਈ ਖਾਹਿਸ਼ ਇੱਕ ਜਨਮ 'ਚ ਪੂਰੀ ਨਾ ਹੋਵੇ ਉਹ ਫਿਰ ਜਨਮ ਧਾਰਦਾ ਹੈ, ਅਤੇ ਮੈਂ ਵੀ ਤੁਹਾਨੂੰ ਲੱਭਦੀ ਲੱਭਦੀ ਫੇਰ ਆਵਾਂਗੀ। ਕੀ ਇੰਨੇ ਵਰਿਆਂ ਮਗਰੋਂ ਤੈਨੂੰ ਮੇਰੀ ਯਾਦ ਆਈ? ਉਹ ਮਨ ਹੀ ਮਨ 'ਚ ਸੋਚ ਗਿਆ। 10 ਵਰੇ ਪਹਿਲਾਂ ਉਹਨਾਂ ਦੇ ਘਰ ਇੱਕ ਯਤੀਮ ਕੁੜੀ ਰਹਿੰਦੀ ਸੀ। ਉਹਦੀ ਵਿਧਵਾ ਮਾਂ ਗੁਰਬੀਰ ਦੀ ਮਾਂ ਦੀ ਧਰਮ ਭੈਣ ਸੀ ਅਤੇ ਮਰਨ ਲੱਗੀ ਆਪਣੀ ਨਿਥਾਵੀਂ ਬੱਚੀ ਉਹਨੂੰ ਸੌਂਪ ਗਈ ਸੀ। ਗੁਰਬੀਰ ਦੀ ਮਾਂ ਭਾਵੇਂ ਵਾਹ ਲੱਗਦੀ ਕੋਈ ਔਖ ਨਹੀਂ ਸੀ ਹੋਣ ਦਿੰਦੀ, ਪਰ ਓਪਰੇ ਘਰ 'ਚ ਰਹਿਣ ਕਰਕੇ ਉਹ ਹਮੇਸ਼ਾ ਸਹਿਮੀ ਰਹਿੰਦੀ। ਹਰ ਕੰਮ ਡਰ ਡਰ ਕੇ ਕਰਦੀ। 13-14 ਵਰਿਆਂ ਦੀ ਬਾਲੜੀ ਉਮਰ 'ਚ ਉਹ ਅਮੁੱਕ ਪੀੜਾਂ ਦੀ ਤਸਵੀਰ ਬਣ ਗਈ ਸੀ। ਇੱਕ ਦਿਨ ਰਾਤ ਨੂੰ ਗੁਰਬੀਰ ਦੇ ਕੰਨ 'ਚ ਤਰਾਟ ਪੈਣ ਲੱਗ ਪਈ। ਉਹਨੇ ਸੋਚਿਆ ਪੰਮੀ ਤੋਂ ਤੇਲ ਗਰਮ ਕਰਾ ਕੇ ਪਾ ਲਵਾਂ। ਰਾਤ ਅੱਧੀ ਤੋਂ ਉੱਪਰ ਟੱਪ ਚੁੱਕੀ ਸੀ। ਮਾਂ ਜੀ ਦੀ ਨੀਂਦ ਖਰਾਬ ਕਰਨ ਦੇ ਡਰੋਂ ਪੋਲੇ ਕਦਮੀ ਜਾ ਕੇ ਕੋਲ ਪਈ ਪੰਮੀ ਨੂੰ ਜਦੋਂ ਉਹਨੇ ਬੁਲਾਇਆ ਤਾਂ ਅੱਗੋਂ ਉਹਦੀ ਭਰੜਾਈ ਆਵਾਜ਼ ਸੁਣ ਚੌਂਕ ਪਿਆ। ਜਦੋਂ ਤੇਲ ਗਰਮ ਕਰਕੇ ਲਿਆਈ ਤਾਂ ਉਹਦੀਆਂ ਲਾਲ ਹੋਈਆਂ ਤੇ ਸੁੱਜੀਆਂ ਅੱਖਾਂ ਵੱਲ ਤੱਕ ਕੇ ਉਹ ਬੋਲਿਆ, ਕੀ ਗੱਲ ਏ ਪੰਮੀ? ਪੰਮੀ ਦਾ ਰੋਕਿਆ ਰੋਣ ਫੇਰ ਡੁੱਲ ਪਿਆ। ਪੰਮੀ, ਦੱਸ ਵੀ ਕੀ ਗੱਲ ਏ? ਉਹਨੇ ਆਪਣੀ ਪੀੜ ਭੁੱਲ ਦੁਬਾਰਾ ਪੁੱਛਿਆ। ਪੰਮੀ, ਕੀ ਤੂੰ ਮੈਨੂੰ ਏਡਾ ਹੀ ਬੇਗਾਨਾ ਸਮਝਦੀ ਹੈ? ਗੁਰਬੀਰ ਨੇ ਤੇਲ ਉੱਥੇ ਦਾ ਉੱਥੇ ਰੱਖ ਫੇਰ ਪੁੱਛਿਆ। ਵੀਰਾ, ਮੈਂ ਤੇ ਆਪਣੇ ਹੀ ਸਮਝਦੀ ਹਾਂ, ਪਰ ਲੋਕ ਨਹੀਂ ਨਾ ਸਮਝਦੇ। ਇਸੇ ਕਰਕੇ ਜੋ ਮੂੰਹ ਆਉਂਦਾ ਹੈ ਬਕ ਛੱਡਦੇ ਨੇ ਅਤੇ ਸੋਚ ਲੈਂਦੇ ਨੇ ਮੇਰਾ ਕਿਹੜਾ ਇੱਥੇ ਕੋਈ ਹੈ। ਪੰਮੀ ਨੇ ਰੋਣ ਹਾਕੀ ਆਵਾਜ਼ 'ਚ ਆਖਿਆ। ਕਿਹਨੇ ਤੈਨੂੰ ਕੁਝ ਆਖਿਆ? ਤੂੰ ਦੱਸਦਾ ਸੀ। ਬਲਵੰਤ ਨੇ ਅੱਜ ਬੜਾ ਰੱਦੀ ਜਿਹਾ ਮਖੌਲ ਕੀਤਾ ਹੈ। ਮੈਨੂੰ ਬੜੀ ਸ਼ਰਮ ਆਈ, ਪੰਮੀ ਨੇ ਦੱਸਿਆ। ਬਲਵੰਤ ਤਾਇਆ ਜੀ ਦਾ ਲੜਕਾ ਜਾਂ ਆਪਣਾ ਗੁਆਂਢੀ? ਤਾਇਆ ਜੀ ਦਾ ਲੜਕਾ, ਪੰਮੀ ਨੇ ਦੱਸਿਆ। ਤੂੰ ਮਾਂ ਜੀ ਨੂੰ ਕਿਉਂ ਨਾ ਦੱਸਿਆ? ਜੇ ਜੁੱਤੀਆਂ ਮਾਰ ਕੇ ਨਾ ਕੱਢਦੇ ਉਦੋਂ ਹੀ। ਚੰਗਾ, ਕੱਲ੍ਹ ਕਾਲਜ ਦੱਸੂਗਾ ਪਤਾ ਉਹਨੂੰ। ਗਧੇ ਬੰਦੇ ਨੇ ਸਮਝਿਆ ਕੀ ਆਪਣੇ ਆਪ ਨੂੰ? ਗੁਰਬੀਰ ਹਰ ਕੇ ਬੋਲਿਆ। ਨਾ ਵੀਰਾ, ਤੂੰ ਉਹਨੂੰ ਕੁਝ ਨਾ ਆਖੀ। ਜੇ ਕਦੇ ਫੇਰ ਕੁਝ ਆਖਿਆ ਮੈਂ ਮਾਂ ਜੀ ਨੂੰ ਦੱਸ ਦਿਆਂਗੀ। ਪੰਮੀ ਦੇ ਕਹਿਣ ਅਨੁਸਾਰ ਗੁਰਬੀਰ ਨੇ ਬਲਵੰਤ ਨੂੰ ਤਾਂ ਕੁਝ ਨਾ ਆਖਿਆ, ਪਰ ਉਸ ਦਿਨ ਤੋਂ ਉਹਨੂੰ ਪੰਮੀ ਦਾ ਬੜਾ ਖਿਆਲ ਹੋ ਗਿਆ। ਘਰ 'ਚ ਜਦੋਂ ਵੀ ਕੋਈ ਗੱਲ ਹੁੰਦੀ ਉਹ ਪੰਮੀ ਦਾ ਪੱਖ ਕਰਦਾ। ਆਪਣੀਆਂ ਕਿਤਾਬਾਂ ਵੀ ਪੜ੍ਹਨ ਨੂੰ ਦੇ ਦਿੰਦਾ। ਕਦੇ ਕਦੇ ਕੋਈ ਨਿੱਕੀ ਮੋਟੀ ਚੀਜ਼ ਵੀ ਲਿਆ ਦਿੰਦਾ। ਬਦਲੇ 'ਚ ਪੰਮੀ ਉਹਦਾ ਕਮਰਾ ਸਾਫ਼ ਕਰ ਦਿੰਦੀ, ਰੁਮਾਲ ਉਲੇੜ ਦਿੰਦੀ, ਕੱਪੜੇ ਇਸਤਰੀ ਕਰ ਦਿੰਦੀ। ਵੇਲੇ ਕੁ ਵੇਲੇ ਆਪਣੇ ਮਾੜੇ ਮੋਟੇ ਜੋੜ ਕੇ ਰੱਖੇ ਰੁਪਈਆਂ 'ਚ ਉਧਾਰ ਵੀ ਦੇ ਦਿੰਦੀ। ਪੰਮੀ, ਜਦੋਂ ਤੂੰ ਆਪਣੇ ਸਹੁਰੇ ਚਲੀ ਗਈ ਫੇਰ ਮੇਰੇ ਕੰਮ ਕੌਣ ਕਰਿਆ ਕਰੂ? ਇੱਕ ਦਿਨ ਗੁਰਬੀਰ ਨੇ ਪੰਮੀ ਨੂੰ ਸ਼ਰਾਰਤ ਨਾਲ ਪੁੱਛਿਆ। ਫਿਰ ਭਾਬੀ ਆ ਜਾਏਗੀ ਵੀਰਾ, ਪੰਮੀ ਨੇ ਜਵਾਬ ਦਿੱਤਾ। ਭਾਬੀ ਮੇਰੇ ਕੰਮ ਕਰਨ ਦੀ ਥਾਂ ਖਬਰੇ ਆਪਣੇ ਵੀ ਮੈਥੋਂ ਹੀ ਕਰਵਾਇਆ ਕਰੂ। ਨਾ ਸੱਚ ਵੀਰਾ, ਮੈਂ ਤਾਂ ਸਹੁਰੇ ਜਾਣਾ ਹੀ ਨਹੀਂ, ਪੰਮੀ ਨੇ ਕੁੜੀਆਂ ਵਾਲੇ ਉੱਪਰੇ ਰੋਸ ਨਾਲ ਆਖਿਆ। ਸੱਚੀ ਪੰਮੀ? ਗੁਰਬੀਰ ਨੇ ਸਧਰਾਈਆਂ ਅੱਖਾਂ ਨਾਲ ਉਹਦੇ ਵੱਲ ਤੱਕ ਕੇ ਆਖਿਆ। ਕੁਝ ਚਿਰ ਤੋਂ ਪੰਮੀ ਉਹਨੂੰ ਬੜੀ ਪਿਆਰੀ ਪਿਆਰੀ ਲੱਗਣ ਲੱਗ ਪਈ ਸੀ। ਪਹਿਲਾਂ ਤਾਂ ਕਦੇ ਉਹਨੇ ਦੇਖਿਆ ਹੀ ਨਹੀਂ ਸੀ ਕਿ ਪੰਮੀ ਹੱਸਦੀ ਕਿੱਡੀ ਸੋਹਣੀ ਤਰ੍ਹਾਂ ਹੈ, ਬੋਲਦੀ ਕਿੰਨਾ ਮਿੱਠਾ ਹੈ, ਧੀਮੀ ਕਿੱਡੀ ਹੈ। ਅਤੇ ਇੱਕ ਦਿਨ ਗੁਰਬੀਰ ਨੇ ਲਾਡ ਨਾਲ ਉਹਦੀ ਗੁੱਤ ਖਿੱਚ ਦਿੱਤੀ, ਉਹਦੀ ਬਾਂਹ ਮਰੋੜ ਦਿੱਤੀ। ਪੰਮੀ ਨਾਰਾਜ਼ ਹੋ ਗਈ। ਵੀਰਾ, ਮੈਂ ਤੁਹਾਡੇ ਘਰ ਰਹਿੰਦੀ ਹਾਂ, ਜਿਸ ਕਰਕੇ ਅੱਗੋਂ ਹੰਝੂਆਂ ਨੇ ਉਹਦਾ ਗਲਾ ਰੋਕ ਲਿਆ। ਪੰਮੀ, ਪਰਮਾਤਮਾ ਦੀ ਕਸਮ, ਮੈਂ ਤਾਂ ਤੈਨੂੰ ਪਿਆਰ ਕਰਦਾ, ਗੁਰਬੀਰ ਨੇ ਤਰਲੇ ਨਾਲ ਆਖਿਆ। ਪੰਮੀ ਚੌਂਕ ਪਈ। ਕੁਝ ਚਿਰ ਉਹ ਗੁਰਬੀਰ ਵੱਲ ਰੋਣ ਹਾਕੀ ਹੋਈ ਤੱਕਦੀ ਰਹੀ ਅਤੇ ਫਿਰ ਇੱਕਾ ਇੱਕ ਉਹਦੇ ਗਲ ਲਾ ਕੇ ਰੋ ਪਈ। ਉੱਪਰੋਂ ਭਾਵੇਂ ਸਭੋ ਕੁਝ ਪਹਿਲਾਂ ਵਾਂਗਰ ਹੀ ਸੀ, ਪਰ ਗੁਰਬੀਰ ਦਾ ਦਿਲ ਦਿਮਾਗ ਨਵੀਆਂ ਉਮੰਗਾਂ, ਨਵੀਆਂ ਰੀਝਾਂ, ਨਵੀਆਂ ਸੋਚਾਂ, ਨਵੀਆਂ ਸਕੀਮਾਂ ਨੇ ਨਸ਼ਿਆ ਦਿੱਤਾ ਸੀ। ਪੰਮੀ ਆਪਣੇ ਆਪ ਕਦੇ ਹੱਸ ਪੈਂਦੀ, ਕਦੇ ਰੋ ਪੈਂਦੀ। BA ਦਾ ਇਮਤਿਹਾਨ ਦੇ ਕੇ ਗੁਰਬੀਰ ਨੇ ਆਪਣੀ ਭੈਣ ਕੋਲ ਦਿੱਲੀ ਜਾਣ ਲੱਗਿਆਂ ਪੰਮੀ ਨੂੰ ਪੁੱਛਿਆ, ਪੰਮੀ ਤੇਰੇ ਲਈ ਕੀ ਲੈ ਕੇ ਆਵਾਂ? ਤੁਸੀਂ ਆਪ ਹੀ ਆ ਜਾਇਓ, ਪੰਮੀ ਨੇ ਹੱਸ ਕੇ ਆਖਿਆ। ਪਰ ਉੱਧਰੋਂ ਮਾਂ ਜੀ ਨੂੰ ਆਉਂਦਿਆਂ ਵੇਖ ਉਹ ਝੇਂਪ ਗਈ। ਗੁਰਬੀਰ ਨੂੰ ਗਿਆ ਅਜੇ 10 ਕੁ ਦਿਨ ਹੀ ਹੋਏ ਸੀ ਕਿ ਉਹਨੂੰ ਮਾਂ ਜੀ ਦੀ ਚਿੱਠੀ ਮਿਲੀ ਕਿ ਪੰਮੀ ਲਈ ਵਰ ਲੱਭ ਪਿਆ। ਉਹਦਾ ਇਹਨਾਂ ਨਰਾਤਿਆਂ ਵਿੱਚ ਹੀ ਵਿਆਹ ਕਰ ਦੇਣਾ। ਤੂੰ ਚਿੱਠੀ ਦੇਖਦੇ ਸਾਰ ਆ ਜਾ।
दिन थोड़े ते काम अजे ਸਾਰੇ ਹੀ ਕਰਨ ਵਾਲੇ ਪਏ ਨੇ। ਗੁਰਬੀਰ ਉਸੇ ਦਿਨ ਗੱਡੀ ਚੜ੍ਹ ਪਿਆ। ਅੱਗੇ ਤਿਆਰੀਆਂ ਹੋ ਰਹੀਆਂ ਸੀ। ਮਾਂ ਜੀ ਤੋਂ ਪੁੰਨ ਅਰਥ ਵਿਆਹ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਪੰਮੀ ਦਾ ਮੂੰਹ ਉੱਡਿਆ ਪਿਆ ਸੀ। ਗੁਰਬੀਰ ਨੂੰ ਸਮਝ ਨਾ ਲੱਗੇ ਕਰੇ ਤਾਂ ਕੀ ਕਰੇ। ਪੰਮੀ ਵੱਲ ਤੱਕਦਿਆਂ ਹੀ ਉਹਨੂੰ ਡੋਬੂ ਪੈਣ ਲੱਗ ਜਾਂਦੇ। ਪਰ ਪੰਮੀ ਇੱਕ ਪੱਥਰ ਦੀ ਮੂਰਤੀ ਵਾਂਗ ਖਾਮੋਸ਼ ਸੀ, ਨਜ਼ਰਾਂ ਝੁਕੀਆਂ ਹੋਈਆਂ, ਬੁੱਲ ਮੀਟੇ ਹੋਏ। ਦਿਨ ਲੰਘਦੇ ਲੰਘਦੇ ਲੰਘ ਗਏ। ਬਰਾਤ ਆਈ, ਵਿਆਹ ਹੋ ਗਿਆ। ਅਗਲੀ ਸਵੇਰ ਪੰਮੀ ਨੇ ਚਲੀ ਜਾਣਾ ਸੀ। ਗੁਰਬੀਰ ਨੂੰ ਹੌਲ ਪਏ। ਉਹਨੂੰ ਪੰਮੀ ਦੇ ਪਾਲਿਆਂ ਬੂਟਿਆਂ ਨੂੰ ਵੀ ਹੌਲ ਪੈਂਦੇ ਲੱਗੇ। ਉਹਦੀਆਂ ਬਚਪਨ ਦੀਆਂ ਸਾਂਭ ਰੱਖੀਆਂ ਗੁੱਡੀਆਂ ਨੂੰ ਵੀ ਹੌਲ ਪੈਂਦੇ ਪਾਸੇ। ਪਰ ਸਭ ਤੇ ਸਭ ਮਜਬੂਰ ਸਨ। ਰਾਤ ਨੂੰ ਸਭ ਸੌਂ ਗਏ, ਸਾਰੀ ਫਿਜ਼ਾ ਸੌਂ ਗਈ, ਪਰ ਗੁਰਬੀਰ ਨੂੰ ਨੀਂਦ ਕਿੱਥੋਂ। ਚੌਖੀ ਰਾਤ ਗਈ ਉਹ ਪੰਮੀ ਦੇ ਕੋਲ ਗਿਆ ਤੇ ਆਖਣ ਲੱਗਾ, ਮੈਨੂੰ ਸਵੇਰ ਨੂੰ ਪਾਉਣ ਲਈ ਕੋਈ ਪੈਂਟ ਨਹੀਂ ਲੱਭਦੀ। ਦੱਸ ਤਾਂ ਜਾ ਕਿੱਥੇ ਰੱਖ ਦਿੱਤੀਆਂ ਨੇ ਸਾਰੀਆਂ। ਚੂੜਾ ਪਹਿਨੀ, ਸੁੱਬਰ ਵਲੇਟੀ, ਹੌਲੀ ਹੌਲੀ ਤੁਰਦੀ ਪੰਮੀ ਉਹਦੇ ਕਮਰੇ 'ਚ ਆ ਗਈ। ਵੀਰ ਆਖਦਿਆਂ ਪੰਮੀ ਰੋ ਪਈ। ਗੁਰਬੀਰ ਉਹਦੇ ਚੂੜੇ ਵੱਲ ਤੱਕਦਾ, ਤਿਲ ਮਿਲਾ ਕੇ ਅੱਗੇ ਵਧਿਆ। ਪੰਮੀ ਤਰਬ ਕੀ, ਨਹੀਂ ਵੀਰਾ ਨਹੀਂ। ਉਹਨੂੰ ਜਿਵੇਂ ਕੋਈ ਭੁੱਲੀ ਗੱਲ ਚੇਤੇ ਆ ਗਈ ਹੋਵੇ ਤੇ ਉਹ ਕਾਹਲੀ ਨਾਲ ਕਮਰੇ 'ਚੋਂ ਚਲੀ ਗਈ। ਗੁਰਬੀਰ ਲੜਖੜਾਉਂਦੇ ਕਦਮਾਂ ਨਾਲ ਦਰਵਾਜ਼ੇ 'ਤੇ ਗਿਆ ਤੇ ਕਿੰਨਾ ਚਿਰ ਉੱਥੇ ਹੀ ਖੜੋਤਾ ਰਿਹਾ। ਅਗਲੀ ਸਵੇਰ ਪੰਮੀ ਸਹੁਰੀ ਚਲੀ ਗਈ। ਉਹ ਇੱਕ ਗ੍ਰੰਥੀ ਨਾਲ ਵਿਆਹੀ ਗਈ ਸੀ। ਕਿਸੇ ਦੇ ਘਰ ਪਲੀ ਯਤੀਮ ਨੂੰ ਹੋਰ ਭਲਾ ਲੈਂਦਾ ਵੀ ਕੌਣ ਸੀ। ਵਿਆਹੁਲੀ ਜਾ ਕੇ ਜਦੋਂ ਵਾਪਸ ਆਈ, ਗੁਰਬੀਰ ਕਿਤੇ ਬਾਹਰ ਗਿਆ ਹੋਇਆ ਸੀ। ਦੂਸਰੇ ਦਿਨ ਹੀ ਉਹ ਮੁੜ ਗਈ, ਕਿਉਂਕਿ ਵਹੁਟੀ ਮਰਨ ਪਿੱਛੋਂ ਗ੍ਰੰਥੀ ਨੂੰ ਛੋਟੇ ਛੋਟੇ ਉੱਪਰ ਥੱਲੀ ਦੇ 3 ਬੱਚੇ ਸਾਂਭਣੇ ਬੜੇ ਔਖੇ ਹੋ ਰਹੇ ਸੀ। ਗੁਰਬੀਰ ਬਥੇਰਾ ਮਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ, ਪਰ ਖਿਆਲ ਮੁੜ ਘਿੜ ਪੰਮੀ 'ਤੇ ਜਾ ਪਹੁੰਚਦੇ। ਇਸੇ ਤਰ੍ਹਾਂ ਮਹੀਨਾ ਲੰਘ ਗਿਆ। ਅਚਾਨਕ ਉਹਨੂੰ ਪੰਮੀ ਦੀ ਤਾਰ ਮਿਲੀ। ਉਹਨੂੰ ਸੱਦਿਆ ਸੀ। ਉਹ ਤਿਆਰ ਹੀ ਹੋ ਰਿਹਾ ਸੀ ਕਿ ਡਾਕੀਆ ਉਹਦੀ ਚਿੱਠੀ ਵੀ ਦੇ ਗਿਆ। ਲਿਖਿਆ ਸੀ, ਵੀਰਾ ਬੜਾ ਦਿਲ ਕਰਦਾ ਸੀ ਕਦੇ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂ, ਪਰ ਹੁਣ ਤੇ ਵਕਤ ਨਹੀਂ ਰਿਹਾ। ਮਹੀਨਾ ਭਾਰੇ ਬਾਹਰ ਗਏ ਰਹੇ। ਮੈਂ ਇਹਨਾਂ ਦੇ ਬੱਚਿਆਂ ਨੂੰ ਬੜੀ ਚੰਗੀ ਤਰ੍ਹਾਂ ਸਾਂਭਿਆ, ਇਹਨਾਂ ਦੇ ਘਰ ਦਾ ਵੀ ਖਿਆਲ ਰੱਖਿਆ, ਇਹਨਾਂ ਦੀ ਬੁੱਢੀ ਮਾਂ ਦੀ ਵੀ ਅੰਤਾਂ ਦੀ ਸੇਵਾ ਕੀਤੀ। ਇਹ ਬੜੇ ਖੁਸ਼ ਹੋਏ। ਮੈਂ ਇਹਨਾਂ ਨੂੰ ਆਖਿਆ, ਮੈਂ ਜ਼ਿੰਦਗੀ ਭਰ ਤੁਹਾਡੇ ਸਾਰੇ ਕੰਮ ਇਉਂ ਹੀ ਕਰਦੀ ਜਾਵਾਂਗੀ। ਜੇ ਤੁਹਾਡੇ ਬੱਚੇ ਹਨ, ਤੁਸੀਂ ਬੜੇ ਵਰੇ ਵਿਆਹਤਾ ਜੀਵਨ ਜੀ ਲਿਆ ਹੈ, ਤੁਸੀਂ ਗੁਰਦੁਆਰੇ ਦੇ ਗ੍ਰੰਥੀ ਹੋ, ਰੱਬ ਬੜਾ ਖੁਸ਼ ਹੋਏਗਾ, ਕਿਉਂਕਿ ਪਿਆਰ ਤੋਂ ਬਿਨਾਂ ਵਿਆਹਤ ਜੀਵਨ ਵੀ ਮੈਨੂੰ ਵਿਭਚਾਰ ਨਾਲੋਂ ਘੱਟ ਨਹੀਂ ਲੱਗਦਾ। ਉਹ ਬੜਾ ਉੱਚਾ ਨੀਵਾਂ ਬੋਲੇ ਤੇ ਅਖੀਰ 'ਚ ਕਹਿਣ ਲੱਗੇ, ਜੇ 2 ਬਦਮਾਸ਼ਾਂ ਨੂੰ ਸੱਦ ਕੇ। ਵੀਰ, ਕੀ ਮੈਂ ਇਹ ਦਿਨ ਦੇਖਣ ਲਈ ਜਿਉਂਦੀ ਰਹੀ ਸੀ? ਵਿਆਹ ਤੋਂ ਪਹਿਲਾਂ ਵੀ ਮੈਨੂੰ ਮਰਨ ਦਾ ਖਿਆਲ ਆਇਆ ਸੀ। ਸੋਚਿਆ ਤੁਹਾਨੂੰ ਉਡੀਕ ਲਵਾਂ। ਤੁਸੀਂ ਆਏ ਤਾਂ ਵਕਤ ਲੰਘ ਚੁੱਕਿਆ ਸੀ। ਉਸ ਵੇਲੇ ਮੈਨੂੰ ਜੇ ਕੁਝ ਹੋ ਜਾਂਦਾ, ਵਿਚਾਰੇ ਮਾਂ ਜੀ ਨੂੰ ਬੜਾ ਦੁੱਖ ਸਹਿਣਾ ਪੈਣਾ ਸੀ। ਲੋਕਾਂ ਗੱਲਾਂ ਬਣਾਉਣੀਆਂ ਸਨ। ਪਰ ਵੀਰਾ, ਹੁਣ ਹੋਰ ਮੈਥੋਂ ਜਰਿਆ ਨਹੀਂ ਜਾਂਦਾ। ਤੂੰ ਆਖੇਂਗਾ ਮੈਂ ਬੁਜ਼ਦਿਲ ਹਾਂ, ਜੋ ਜ਼ਿੰਦਗੀ ਦੀਆਂ ਔਖਾਂ ਤੋਂ ਭਾਂਜ ਖਾ ਗਈ, ਪਰ ਇਸ ਤਰ੍ਹਾਂ ਜੀ ਕੇ ਵੀ ਕੀ ਕਰ ਲਾਂਗੀ। ਵੀਰਾ, ਕਹਿੰਦੇ ਨੇ ਬੰਦੇ ਦੀ ਜੇ ਕੋਈ ਖਾਹਿਸ਼ ਇੱਕ ਜਨਮ 'ਚ ਪੂਰੀ ਨਾ ਹੋਵੇ ਤਾਂ ਫਿਰ ਜਨਮ ਧਾਰਦਾ ਹੈ। ਮੈਂ ਤੁਹਾਨੂੰ ਲੱਭਦੀ ਫੇਰ ਆਵਾਂਗੀ। ਕਾਹਲੀ ਕਾਹਲੀ ਚਿੱਠੀ ਖਤਮ ਕਰ ਉਹ ਸਟੇਸ਼ਨ ਵੱਲ ਨੂੰ ਦੌੜਿਆ ਤੇ ਬਿਨਾਂ ਟਿਕਟ ਲਏ ਤੁਰੀ ਜਾਂਦੀ ਗੱਡੀ 'ਤੇ ਜਾ ਚੜ੍ਹਿਆ। ਅਗਲੇ ਸਟੇਸ਼ਨ 'ਤੇ ਗਾਰਡ ਨੂੰ ਆ ਕੇ ਉਹਨੇ ਆਪਣਾ ਟਿਕਟ ਬਣਵਾ ਲਿਆ ਤੇ ਸਵੇਰ ਨੂੰ ਪੁੱਛਦਾ ਪੁਛਾਉਂਦਾ ਗ੍ਰੰਥੀ ਘਰ ਜਾ ਪਹੁੰਚਿਆ। ਅੱਗੇ ਕੁਰਲਾਹਟ ਮੱਚੀ ਹੋਈ ਸੀ। ਪੰਮੀ ਸਿੱਧੀ ਸਤੋਰ ਜ਼ਮੀਨ 'ਤੇ ਚਿੱਟੇ ਕੱਪੜੇ ਨਾਲ ਢਕੀ ਪਈ ਸੀ। ਗੁਰਬੀਰ ਰੋਂਦਾ ਕੁਰਲਾਉਂਦਾ ਸ਼ਹਿਰ ਦੇ ਸਿਵਲ ਸਰਜਨ ਨੂੰ ਬੁਲਾ ਲਿਆਇਆ। ਦੇਖ ਦਾਖ ਕੇ ਉਹਨੇ ਆਖਿਆ, ਕਿसी ਭਾਰੀ ਸਦਮੇ ਦੇ ਕਾਰਨ ਲਹੂ ਕਾ ਪਾਣੀ ਬਣ ਗਿਆ, ਅਬ ਇਸਮੇ ਕਿਆ ਹੈ। ਫਿਰ ਗੁਰਬੀਰ ਨੂੰ ਪਤਾ ਹੀ ਨਾ ਲੱਗਾ ਕਿ ਕੀ ਹੋਇਆ ਤੇ ਕੀ ਨਾ ਹੋਇਆ। ਅਗਲੇ ਦਿਨ ਜਦੋਂ ਸੁਰਤ ਆਈ, ਉਹ ਆਪਣੇ ਘਰ ਸੀ ਤੇ ਸਾਰਾ ਟੱਬਰ ਉਹਦੇ ਆਲੇ ਦੁਆਲੇ ਬੈਠਾ ਸੀ। ਪੰਮੀ ਕਿੱਥੇ ਹੈ? ਉਹਦੇ ਮਾਂ ਜੀ ਦੇ ਉਦਾਸ ਮੂੰਹ ਵੱਲ ਤੱਕ ਕੇ ਆ, ਪੰਮੀ ਜੀ ਦੀ ਸੀ ਉਹ ਲੈ ਗਿਆ ਪੁੱਤਰਾ, ਭਾਣੇ ਅੱਗੇ ਕਿਹਦਾ ਜ਼ੋਰ ਏ? ਪੰਮੀ ਮਰ ਗਈ? ਉਹਨੇ ਜਿਵੇਂ ਆਪਣੇ ਆਪ ਕੋਲੋਂ ਪੁੱਛਿਆ। ਫਿਰ ਦਿਨ ਲੰਘਦੇ ਗਏ, ਮਹੀਨੇ ਬੀਤਦੇ ਗਏ ਤੇ ਵਰ੍ਹਾ ਲੰਘ ਗਿਆ। ਉਹ ਅੜ ਖੜੋਂਦੇ ਮਨ ਨੂੰ ਹੋਰ ਪਾਸੀਂ ਪਾਉਣ ਲੱਗਾ। ਫਿਰ ਵਿਆਹ ਹੋ ਗਿਆ। ਜ਼ਖਮ ਭਰਿਆ ਲੱਗਣ ਲੱਗ ਪਿਆ, ਪਰ ਕਦੇ ਕਦੇ ਪੰਮੀ ਉਹਨੂੰ ਬੜੀ ਯਾਦ ਆਉਂਦੀ। ਹਨੇਰੇ 'ਚੋਂ ਪੰਮੀ ਦੇ ਸਾਹ ਸੁਣਨ ਦੀ ਕੋਸ਼ਿਸ਼ ਕਰਦਾ। ਉਹਦੀ ਤਸਵੀਰ ਨਾਲ ਬੇਧਿਆਨੀ ਗੱਲਾਂ ਕਰਨ ਲੱਗ ਜਾਂਦਾ। ਫਿਰ ਇੱਕ ਦਿਨ ਬਾਜ਼ਾਰ 'ਚ ਇੱਕ ਕੁੜੀ ਉਹਦੇ ਵੱਲ ਪੰਮੀ ਵਾਂਗ ਹੀ ਤੱਕਦੀ ਅਗਾਂਹ ਲੰਘੀ ਗਈ। ਪੰਮੀ, ਉਹਦੇ ਦਿਲ ਨੇ ਕੁਰਲਾ ਕੇ ਆਖਿਆ, ਪੰਮੀ ਮੈਨੂੰ ਤੇਰੇ ਬਿਨਾਂ ਕਿਵੇਂ ਇੰਨੇ ਵਰੇ ਸਰਦਾ ਰਿਹਾ, ਤੂੰ ਕਿੱਥੇ ਚਲੀ ਗਈ?
ਤੂੰ ਆਂਦੀ ਸੀ ਮੈਂ ਫੇਰ ਆਵਾਂਗੀ, ਆਈ ਕਿਉਂ ਨਹੀਂ? ਕਦੋਂ ਆਏਂਗੀ? ਉਹਦਾ ਮਨ ਰੋ ਰੋ ਪੁੱਛਦਾ। ਅੱਜ ਉਹਦੀ ਧੀ ਨੇ ਜਦੋਂ ਆਖਿਆ, ਪਾਪਾ ਇਹ ਪੰਮੀ ਏ, ਉਹਦੀਆਂ ਅੱਖਾਂ ਡੁੱਬ ਆਈਆਂ। ਹੈਰਾਨ ਖੜੀ ਬਾਲੜੀ ਦੇ ਨਿੱਕੇ ਨਿੱਕੇ ਹੱਥਾਂ 'ਤੇ ਪਿਆਰ ਦਿੰਦਾ ਉਹ ਕਹਿ ਰਿਹਾ ਸੀ, ਪੰਮੀ ਵਰ੍ਹਿਆਂ ਪਿੱਛੋਂ ਤੈਨੂੰ ਅੱਜ ਆਉਣ ਦਾ ਚੇਤਾ ਆਇਆ ਪੰਮੀ। ਧੰਨਵਾਦ।